ਮਹਿਤਾ ਸਾਇੰਸ ਮਿਸਟਰਸ। ਮੈਂ ਮੋਨਿਕਾ ਮਹਿਤਾ ਸਾਇੰਸ ਮਿਸਟਰਸ GSS ਲੋਹਗੜ੍ਹ। ਅੱਜ ਤੁਹਾਨੂੰ ਕਰਾ ਰਹੇ ਹੈਗੇ ਆ ਕੈਮੀਕਲ ਰਿਐਕਸ਼ਨਸ ਦਾ ਲੈਸਨ। ਠੀਕ ਹੈ, ਕੈਮੀਕਲ ਰਿਐਕਸ਼ਨ ਦਾ ਲੈਸਨ ਕੁਛ ਹੀ ਟਾਈਮ ਦੇ ਵਿੱਚ ਰਿਵਿਊ ਕਰਨਾ, ਸਾਰਾ ਰਿਵਿਊ ਕੀਤਾ ਹੋਇਆ। ਤਾਂ ਸਭ ਤੋਂ ਪਹਿਲੀ ਹੈਗੀ ਆ, ਅਸੀਂ ਪਿਕਚਰ ਲਗਾਈ ਹੋਈ, ਜਿਵੇਂ ਵੀ ਪਿਕਚਰਸ ਲੱਗੀਆਂ ਹੋਈਆਂ ਉਹਦੇ ਅਕੋਰਡਿੰਗ ਹੀ ਚੱਲਦੇ ਹਾਂ। ਸਿੰਗਲ ਡਿਸਪਲੇਸਮੈਂਟ ਰਿਐਕਸ਼ਨ, ਇਸ 'ਚ ਕੀ ਦਿਖਾਇਆ ਹੈਗਾ, ਡਿਸਪਲੇਸਮੈਂਟ ਰਿਐਕਸ਼ਨ 'ਚ ਆਇਰਨ ਵਿਲ ਡਿਸਪਲੇਸ ਦੀ ਕਾਪਰ, ਕਿਉਂਕਿ ਆਇਰਨ ਕੀ ਹੈ, ਮੋਰ ਰਿਐਕਟਿਵ ਹੁੰਦਾ ਦੈਨ ਕਾਪਰ। ਤਾਂ ਇਹਦਾ ਬਲੂ ਕਲਰ ਕਾਸਟ ਚੇਂਜ ਹੋ ਜਾਏਗਾ ਗ੍ਰੀਨ 'ਚ। ਦਿਸ ਇਜ਼ ਦੀ ਸਿੰਪਲ ਡਿਸਪਲੇਸਮੈਂਟ ਰਿਐਕਸ਼ਨ, ਰਿਵਰਸ ਕਾਂਟ ਬੀ ਪੋਸੀਬਲ। ਜਿਹੜਾ ਇਹਦਾ ਰਿਵਰਸ ਹੈ ਕਾਪਰ ਸਲਫੇਟ ਤੇ ਆਇਰਨ, ਤਾਂ ਇਹ ਨਹੀਂ ਹੋਏਗਾ, ਇਹ ਸਿੰਪਲ ਡਿਸਪਲੇਸਮੈਂਟ ਰਿਐਕਸ਼ਨ ਹੈਗੀ ਹੈ। ਠੀਕ ਹੈ, ਇਹਦੇ ਵਿੱਚ ਦਿਖਾਇਆ ਹੋਇਆ ਕਿ ਇੱਕ ਮੋਲੀਕਿਊਲ ਆਇਰਨ ਦੀ ਨੇਲ ਅਸੀਂ ਇੱਕ ਬਿਕਟ ਦੇ ਵਿੱਚ ਪਾਈ, ਮੈਜ਼ਰਿੰਗ ਸਿਲੰਡਰ, ਤਾਂ ਕਾਪਰ ਸਲਫੇਟ ਦਾ ਕਲਰ ਬਲੂ ਕਲਰ ਕੀ ਹੋ ਗਿਆ, ਗ੍ਰੀਨ ਹੋ ਗਿਆ। ਠੀਕ ਹੈ, ਯੂ ਕੈਨ ਸੀ ਦੀ ਡਾਇਗ੍ਰਾਮ ਐਂਡ ਰਿਵਾਈਜ਼ ਦੀ। ਦੈਨ ਡਿਸਪਲੇਸਮੈਂਟ ਰਿਐਕਸ਼ਨਸ ਦੀਆਂ ਮੋਰ ਐਗਜ਼ਾਮਪਲ, ਲਾਈਕ ਜਿਵੇਂ ਆ ਦਿੱਤਾ ਹੋਇਆ, ਜ਼ਿੰਕ ਵਿਲ ਡਿਸਪਲੇਸ ਦੀ ਕਾਪਰ ਐਂਡ ਕਾਪਰ ਵਿਲ ਨੋਟ ਡਿਸਪਲੇਸ। ਦੈਟ ਸ਼ੋਜ਼ ਕਿ ਜ਼ਿੰਕ ਇਜ਼ ਮੋਰ ਰਿਐਕਟਿਵ ਦੈਨ ਕਾਪਰ ਅਕੋਰਡਿੰਗ ਟੂ ਡਿਸਪਲੇਸਮੈਂਟ ਸੀਰੀਜ਼। ਠੀਕ ਹੈ, ਮੋਰ ਰਿਐਕਟਿਵ। ਇਹ ਐਕਸਪੈਰੀਮੈਂਟ ਫਿਰ ਅਸੀਂ ਟੈਸਟ ਟਿਊਬ ਦੇ ਵਿੱਚ ਕਾਪਰ ਸਲਫੇਟ ਦਾ ਸੋਲਿਊਸ਼ਨ ਲਿਆ, ਸੇਮ ਹੀ ਹੈ ਕਾਪਰ ਸਲਫੇਟ ਤੇ ਆਇਰਨ। ਦੀਜ਼ ਆਰ ਦੀ ਟੂ ਡਿਫਰੈਂਟ ਪਿਕਚਰਸ ਟੂ ਰਿਮੈਂਬਰ ਯੂ। ਉਸ ਤੋਂ ਬਾਅਦ ਹੈਗਾ ਡਬਲ ਡਿਸਪਲੇਸਮੈਂਟ ਰਿਐਕਸ਼ਨਸ। ਇਸ 'ਚ ਮੈਗਨੀਸ਼ੀਅਮ ਕਿਹਨੂੰ ਕਰ ਰਿਹਾ, ਡਿਸਪਲੇਸ। ਠੀਕ ਹੈ, ਜਿਵੇਂ ਲੈਡ ਹੈ, ਪੋਟਾਸ਼ੀਅਮ ਨੂੰ ਡਿਸਪਲੇਸ ਕਰ ਰਿਹਾ, ਤਾਂ ਇਹ ਕੀ ਹੋ ਗਈ, ਡਬਲ ਡਿਸਪਲੇਸਮੈਂਟ ਰਿਐਕਸ਼ਨ ਹੋ ਗਈ। ਠੀਕ ਹੈ, ਇਹ ਕੀ ਹੋ ਗਈ, ਡਬਲ ਡਿਸਪਲੇਸਮੈਂਟ ਰਿਐਕਸ਼ਨ, ਡਬਲ ਡਿਸਪਲੇਸਮੈਂਟ ਰਿਐਕਸ਼ਨ। ਯੂ ਕੈਨ ਲਰਨ ਫਰੋਮ ਹੇਅਰ ਈਜ਼ਲੀ। ਠੀਕ ਹੈ, ਦੀ PDF ਵੀ ਤੁਹਾਨੂੰ ਭੇਜ ਦਿੱਤੀ ਜਾਏਗੀ। ਦੈਨ ਡਿਸਪਲੇਸਮੈਂਟ ਰਿਐਕਸ਼ਨਸ ਪੂਰੀਆਂ ਕਰਨੀਆਂ ਹੈਗੀਆਂ ਅਸੀਂ, ਕਿ ਮੋਰ ਰਿਐਕਟਿਵ ਮੈਟਲ ਵਿਲ ਡਿਸਪਲੇਸ ਦੀ ਲੈਸ ਰਿਐਕਟਿਵ ਮੈਟਲ ਫਰੋਮ ਇਟਸ ਕੰਪਾਊਂਡ। ਤਾਂ ਤੁਸੀਂ ਦੇਖਣਾ ਕਿਹੜੀ ਮੋਰ ਰਿਐਕਟਿਵ ਹੈਗੀ ਆ, ਆਇਰਨ ਵਿਲ ਡਿਸਪਲੇਸ। ਠੀਕ ਹੈ, ਇਹਦੇ ਲਈ ਅਸੀਂ ਰਿਐਕਟਿਵਿਟੀ ਸੀਰੀਜ਼ ਲਿਖਾਂਗੇ। ਰਿਐਕਟਿਵਿਟੀ ਸੀਰੀਜ਼ 'ਚ ਅਸੀਂ ਸਭ ਤੋਂ ਪਹਿਲਾਂ ਪਲੀਜ਼ ਸਟੋਪ ਕਾਲਿੰਗ ਮੀ ਕਿਊਟ ਜ਼ੈਬਰਾ, ਆਈ ਲਾਈਕ ਹਰ, ਕਾਲ ਕਿਊਟ, ਆਈ ਲਾਈਕ ਹਰ ਕਾਲ ਸਮਾਰਟ ਗੋਟ। ਠੀਕ ਹੈ, ਰਿਐਕਟਿਵਿਟੀ ਸੀਰੀਜ਼ ਹੈਗੀ ਹੈ। ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਕਾਪਰ ਲੈਸ ਰਿਐਕਟਿਵ ਹੈ, ਆਇਰਨ ਮੋਰ ਹੈ। ਕਾਪਰ ਤੇ ਜ਼ਿੰਕ 'ਚੋਂ ਕੌਣ ਜ਼ਿਆਦਾ ਰਿਐਕਟਿਵ ਹੈ, ਜ਼ਿੰਕ। ਤਾਂ ਜ਼ਿੰਕ ਕੀ ਹੈ, ਡਿਸਪਲੇਸ ਕਰ ਦੇਗਾ। ਇੱਦਾਂ ਤੁਸੀਂ ਰਿਐਕਟਿਵਿਟੀ ਸੀਰੀਜ਼ ਤੁਹਾਨੂੰ ਨਿਮੋਨਿਕਸ ਟੈਕਨੀਕ ਨਾਲ ਬੇਟਾ ਆਲਰੇਡੀ ਸਿਖਾਈ ਹੋਈ ਹੈ, ਤਾਂ ਤੁਸੀਂ ਕਰ ਸਕਦੇ ਹੋ। ਠੀਕ ਹੈ, ਨਿਮੋਨਿਕ ਟੈਕਨੀਕ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ, ਰਿਐਕਟਿਵਿਟੀ ਸੀਰੀਜ਼ ਨੂੰ ਯਾਦ। ਤਾਂ ਕਾਪਰ ਵਿਲ ਡਿਸਪਲੇਸ ਫਰੋਮ ਇਟਸ ਸੋਲਿਊਸ਼ਨ ਬਾਈ ਦੀ ਜ਼ਿੰਕ ਵਿਲ ਡਿਸਪਲੇਸ ਦੀ ਕਾਪਰ ਸਲਫੇਟ ਟੂ ਕੰਪਲੀਟ ਦੀ ਰਿਐਕਸ਼ਨ। ਜ਼ਿੰਕ ਸਲਫੇਟ ਬਣ ਜਾਏਗਾ ਔਰ ਕਾਪਰ ਵਿਲ ਸੈਟਲ ਡਾਊਨ ਇਨ ਦੀ ਟੈਸਟ ਟਿਊਬ। ਇਹਦੇ ਵਿੱਚੋਂ ਦੇਖੋ ਕਾਪਰ ਤੇ ਮੈਗਨੀਸ਼ੀਅਮ ਕੌਣ ਰਿਐਕਟਿਵ ਜ਼ਿਆਦਾ ਹੈਗਾ, ਤਾਂ ਐਕਟਿਵਿਟੀ ਸੀਰੀਜ਼ ਦੇਖਣੀ ਪਏਗੀ ਸਾਨੂੰ। ਠੀਕ ਹੈ, ਉਹਦੇ ਅਕੋਰਡਿੰਗ ਇਹ ਕੁਐਸਚਨ ਕਰਨੇ ਹੈਗੇ। ਜਿਵੇਂ ਆਇਰਨ ਹੈ, ਕਾਪਰ ਤੋਂ ਮੋਰ ਰਿਐਕਟਿਵ ਹੈ, ਤਾਂ ਇਹ ਡਿਸਪਲੇਸਮੈਂਟ ਕਰੇਗਾ। ਅਗਰ ਕਾਪਰ ਹੈ, ਮੈਗਨੀਸ਼ੀਅਮ, ਆਈ ਥਿੰਕ ਮੈਗਨੀਸ਼ੀਅਮ ਜ਼ਿਆਦਾ ਰਿਐਕਟਿਵ ਹੁੰਦਾ, ਤਾਂ ਇਹ ਡਿਸਪਲੇਸਮੈਂਟ ਨਹੀਂ ਹੋਏਗੀ। ਠੀਕ ਹੈ, ਤਾਂ ਇੱਦਾਂ ਤੁਸੀਂ ਰਿਐਕਟਿਵਿਟੀ ਸੀਰੀਜ਼ ਨੂੰ ਯਾਦ ਕਰਨ ਲਈ ਤੁਹਾਨੂੰ ਨਿਮੋਨਿਕਸ ਟੈਕਨੀਕ ਕਰਾਈ ਹੋਈ ਹੈ। ਪਲੀਜ਼ ਸਟੋਪ ਕਾਲਿੰਗ ਮੀ ਏ ਕਿਊਟ ਜ਼ੈਬਰਾ, ਆਈ ਵੁੱਡ ਲਾਈਕ ਟੂ ਕਾਲ ਯੂ ਸਮਾਰਟ ਗੋਟ।
पोटाशियम सोडियम मैगनीशियम, ठीक है। ਉਹਦੇ ਅਕੋਰਡਿੰਗ ਤੁਸੀਂ ਆਪਣੀ ਵਿੱਚ ਹੋਰ ਵੀ ਐਲਮੀਨੀਅਮ ਵਗੈਰਾ ਸਭ ਨੂੰ ਐਡ ਕਰ ਲਿਓ। ਤਾਂ ਇਹ ਸਾਰੀਆਂ ਤੁਸੀਂ ਪੂਰੀਆਂ ਕਰਨੀਆਂ ਹੈਗੀਆਂ। ਫਿਰ ਇਹ ਪੂਰੇ ਲੈਸਨ ਦਾ ਐਕਚੁਅਲੀ ਰਿਵਿਊ ਹੈਗਾ ਤਾਂ ਕਿ ਤੁਸੀਂ ਜਲਦੀ ਯਾਦ ਕਰ ਸਕੋ। ਡੀਕੰਪੋਜੀਸ਼ਨ ਰਿਐਕਸ਼ਨ ਇਨ ਦੀ ਪ੍ਰੈਜੈਂਸ ਆਫ ਹੀਟ, ਕੈਲਸ਼ੀਅਮ ਕਾਰਬੋਨੇਟ ਨੂੰ ਜਦੋਂ ਹੀਟ ਕੀਤਾ ਜਾਂਦਾ ਤਾਂ ਇਹ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ 'ਚ ਟੁੱਟ ਜਾਂਦੀ ਹੈ। ਇਸ ਨੂੰ ਕੀ ਕਹਿੰਦੇ ਹਾਂ ਅਸੀਂ ਡੀਕੰਪੋਜੀਸ਼ਨ ਰਿਐਕਸ਼ਨ ਕਹਿੰਦੇ ਹਾਂ। ਦੈਨ ਡਿਸਪਲੇਸਮੈਂਟ ਰਿਐਕਸ਼ਨ, ਜ਼ਿੰਕ ਕੀ ਹੈ ਹਾਈਡਰੋਜਨ ਨੂੰ ਡਿਸਪਲੇਸ ਕਰ ਦੇਗਾ। ਮੋਰ ਐਕਟਿਵ ਮੈਟਲ ਵਿਲ ਡਿਸਪਲੇਸ ਦੀ ਲੈਸ ਰਿਐਕਟਿਵ ਮੈਟਲ ਫਰੋਮ ਇਟਸ ਸੋਲਿਊਸ਼ਨ। ਪ੍ਰੈਸੀਪੀਟੇਸ਼ਨ ਰਿਐਕਸ਼ਨ 'ਚ ਇਹਦੇ ਪ੍ਰੈਸੀਪੀਟੇਟਸ ਆਉਣਗੇ, ਅਵਖੇਪ ਸਿਲਵਰ ਕਲੋਰਾਈਡ ਦੇ ਫੋਰਮ ਹੋਣਗੇ। ਕੰਬੀਨੇਸ਼ਨ ਰਿਐਕਸ਼ਨ 'ਚ 2 ਮੋਲੀਕਿਊਲ ਕੰਬਾਈਨਸ ਟੂ ਫੋਰਮ ਏ ਲਾਰਜ ਮੋਲੀਕਿਊਲ। ਦੈਨ ਪ੍ਰੈਸੀਪੀਟੇਟ ਕਾਪਰ ਸਲਫੇਟ ਦੇ ਬਲੈਕ ਕਲਰ ਦੇ ਪ੍ਰੈਸੀਪੀਟੇਟਸ ਆਉਣਗੇ। ਕਾਪਰ ਵਿਲ ਕੰਬਾਈਨ ਵਿਦ ਦਿਸ। ਡਿਸਪਲੇਸਮੈਂਟ ਰਿਐਕਸ਼ਨ 'ਚ ਮੋਰ ਰਿਐਕਟਿਵ ਮੈਟਲ ਵਿਲ ਡਿਸਪਲੇਸ ਦੀ ਲੈਸ ਰਿਐਕਟਿਵ ਮੈਟਲ। ਫਿਰ ਕੰਬੀਨੇਸ਼ਨ ਰਿਐਕਸ਼ਨ 'ਚ ਸਾਰਾ ਲੈਸਨ ਇੱਕ ਵਾਰ 'ਚ ਹੀ ਰਿਵਾਈਜ਼ ਹੋ ਗਿਆ। ਦੇਖੋ ਸਾਰੀਆਂ ਰਿਐਕਸ਼ਨਸ ਦੀ ਇੱਕ ਐਗਜ਼ਾਮਪਲ ਲਿਖ ਕੇ ਤੁਸੀਂ 2-2 ਲਿਖ ਲਓ ਇੱਦਾਂ। ਇਹ ਕੀ ਹੋ ਗਿਆ ਕੰਬੀਨੇਸ਼ਨ, ਕੈਲਸ਼ੀਅਮ ਕੰਬਾਈਨਸ ਵਿਦ ਐਲੀਮੈਂਟਸ ਕੰਬਾਈਨ ਟੂ ਫੋਰਮ ਦੀ ਮੋਲੀਕਿਊਲ। ਨਿਊਟਰਲਾਈਜੇਸ਼ਨ ਬੇਸ ਤੇ ਐਸਿਡ react to form salt and water. Salt and water will be form same ਆਹ ਨੀਚੇ ਵੀ ਨਿਊਟਰਲਾਈਜੇਸ਼ਨ ਰਿਐਕਸ਼ਨਸ ਦੀ ਐਗਜ਼ਾਮਪਲ ਹੈਗੀ ਹੈ, ਠੀਕ ਹੈ। ਕਿਆ ਥੋੜ੍ਹਾ ਬਹੁਤ ਰਹਿ ਗਿਆ। ਦੈਨ ਰਿਐਕਟਿਵਿਟੀ ਸੀਰੀਜ਼ ਦੇ ਅਕੋਰਡਿੰਗ ਰਾਈਟਿੰਗ ਇਕੁਏਸ਼ਨ, ਜਿਵੇਂ ਮੈਗਨੀਸ਼ੀਅਮ ਹੈ ਸਿਲਵਰ ਤੋਂ ਮੋਰ ਰਿਐਕਟਿਵ ਹੈ, ਠੀਕ ਹੈ। ਅਕੋਰਡਿੰਗ ਮੋਰ ਰਿਐਕਟਿਵ ਦੈਨ ਸਿਲਵਰ, ਦੈਨ ਇਟ ਵਿਲ ਡਿਸਪਲੇਸ। ਤਾਂ ਰਿਐਕਸ਼ਨ ਕੀ ਹੈ ਹੋਏਗੀ ਜੋ ਤੁਹਾਨੂੰ ਵਰਕਸ਼ੀਟ ਦਿੱਤੀ ਆ ਉਹਦੇ ਅਕੋਰਡਿੰਗ। ਸੇਮ ਪੋਟਾਸ਼ੀਅਮ ਹੈ ਜ਼ਿੰਕ ਨਾਈਟ੍ਰੇਟ ਤੋਂ ਮੋਰ ਰਿਐਕਟਿਵ। ਪੋਟਾਸ਼ੀਅਮ ਸਭ ਤੋਂ ਵੱਧ ਰਿਐਕਟਿਵ ਮੈਟਲ ਹੈ ਜ਼ਿੰਕ ਤੋਂ, ਤਾਂ ਇਹ ਡਿਸਪਲੇਸ ਕਰ ਦੇਗੀ, ਠੀਕ ਹੈ। ਇੱਦਾਂ ਤੁਸੀਂ ਆਹ ਰਿਐਕਸ਼ਨਸ ਪੂਰੀਆਂ ਕਰਕੇ ਲਿਖਣੀਆਂ ਹੈਗੀਆਂ। ਗੋਲਡ-ਰਾਈਟ ਦੀ ਬੈਲੈਂਸ ਕੈਮੀਕਲ ਸਿੰਬਲਸ, ਠੀਕ ਹੈ। ਤਾਂ ਬਸ ਬੈਲੈਂਸ ਕਰਕੇ ਤਾਂ ਇਹਨਾਂ ਸਾਰੀਆਂ ਰਿਐਕਸ਼ਨਸ ਨੂੰ ਤੁਸੀਂ ਲਿਖ ਕੇ ਕਰ ਲੈਣਾ ਹੈਗਾ। ਉਸ ਤੋਂ ਬਾਅਦ ਅਗਲੀ ਵਰਕਸ਼ੀਟ ਹੈਗੀ ਆ, ਵਰਕਸ਼ੀਟ ਕਹਿ ਲਓ ਦੈਨ ਇਹ ਵਾਲੀ ਇਲੈਕਟ੍ਰੋਲਿਸਿਸ ਆਫ ਵਾਟਰ ਟੇਕਸ ਪਲੇਸ, ਠੀਕ ਹੈ। ਬੜੇ ਸੌਖੇ ਢੰਗ ਨਾਲ ਅਸੀਂ ਕੀਤਾ ਹੋਇਆ। ਇਸ 'ਚ ਕਾਲੀ ਪੈਨਸਿਲ ਕਿਉਂ ਲਿੱਤੀ ਹੈ ਕਿਉਂਕਿ ਇਹ ਕੀ ਹੈ ਗ੍ਰੇਫਾਈਟ ਦੀ ਬਣਿਆ ਹੁੰਦਾ ਇਹਦਾ ਜੋ ਹੈ ਰਿਫਲ। ਤਾਂ ਗ੍ਰੇਫਾਈਟ ਇਜ਼ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਦਾ ਗੁੱਡ ਕੰਡਕਟਰ ਹੈਗਾ ਕੌਣ ਗ੍ਰੇਫਾਈਟ। ਆਕਸੀਜਨ ਵਿਲ ਬੀ ਲਿਬਰੇਟਡ ਐਟ ਐਨੋਡ ਤੇ ਆਹ ਕੀ ਹੈ ਇਹਦੇ ਅਕੋਰਡਿੰਗ ਦੇਖਣਾ। ਦੇਖੋ ਐਨੋਡ ਤੇ ਥੋੜ੍ਹਾ ਬੈਟਰੀ ਦੇ ਅਕੋਰਡਿੰਗ ਦੇਖਣਾ ਹੁੰਦਾ। ਬੈਟਰੀ ਦਾ ਜੋ ਨੈਗੇਟਿਵ ਟਰਮੀਨਲ ਆ, ਠੀਕ ਹੈ, ਇਹਨੂੰ ਐਨੋਡ ਕਵਾਂਗੇ ਅਤੇ ਇਹਨੂੰ ਕੀ ਕਵਾਂਗੇ ਕੈਥੋਡ ਕਵਾਂਗੇ, ਠੀਕ ਹੈ। ਅਕੋਰਡਿੰਗ ਟੂ ਬੈਟਰੀ ਦੇ ਕਿਹੜੇ ਟਰਮੀਨਲ ਨਾਲ ਅਟੈਚ ਹੈ ਤਾਂ ਉਹਦੇ ਅਕੋਰਡਿੰਗ ਅਸੀਂ ਐਨੋਡ ਅਤੇ ਕੈਥੋਡ ਨੂੰ ਕਹਿੰਦੇ ਹਾਂ। ਨਾ ਕਿ ਇੱਥੋਂ ਨਹੀਂ ਦੇਖਣੇ ਸਿੰਬਲ, ਠੀਕ ਹੈ, ਉੱਪਰੋਂ ਨਹੀਂ ਇੱਥੋਂ ਨਹੀਂ ਦੇਖਣੇ ਸਿੰਬਲ। ਯੂ ਹੈਵ ਟੂ ਸੀ ਫਰੋਮ ਵੇਅਰ ਟੂ ਫਰੋਮ ਦੀ ਬੈਟਰੀ। ਤਾਂ ਐਕਸਪੈਰੀਮੈਂਟ ਤੁਸੀਂ ਆਪਣੇ ਘਰ ਕਰਕੇ ਦੇਖ ਸਕਦੇ ਹੋ। ਯੂ ਵਿਲ ਸੀ ਕਿ ਇੱਥੇ ਤੁਹਾਨੂੰ ਆਕਸੀਜਨ ਅਤੇ ਵਾਟਰ ਦੀ ਡੀਕੰਪੋਜੀਸ਼ਨ ਡਿਊ ਟੂ ਇਲੈਕਟ੍ਰੋਲਿਸਿਸ ਨੈਚੁਰਲੀ ਫਾਰਮੂਲੇ 'ਚ ਹੀ ਡਬਲ ਅਮਾਊਂਟ ਹੈ। ਤਾਂ ਔਨ ਪਾਸਿੰਗ ਕਰੰਟ ਹਾਈਡਰੋਜਨ ਗੈਸ ਵਿਲ ਬੀ ਲਿਬਰੇਟਡ ਅਤੇ ਆਕਸੀਜਨ 2:1 ਪ੍ਰਪੋਰਸ਼ਨ ਬਾਏ ਵੋਲਿਊਮ ਔਰ ਬਾਏ ਮਾਸ ਕੀ ਹੋਏਗਾ 2:16 1:8 ਰੇਸ਼ੋ ਆ ਜਾਏਗੀ ਬਾਏ ਮਾਸ ਅਤੇ ਬਾਏ ਵੋਲਿਊਮ ਦੀ। ਦਿਸ ਇਜ਼ ਦੀ ਇਲੈਕਟ੍ਰੋਲਿਸਿਸ ਆਫ ਦੀ ਵਾਟਰ। ਦੈਨ ਰਿਡੌਕਸ ਰਿਐਕਸ਼ਨਸ 'ਚ ਕੀ ਹੈਗਾ ਕਾਪਰ ਆਕਸਾਈਡ ਇਜ਼ ਗੋਇੰਗ ਟੂ ਰਿਡਿਊਸ loss of oxygen, that is the reduction, ਠੀਕ ਹੈ। ਜਿਹਦੀ ਰਿਡਕਸ਼ਨ ਹੋ ਰਹੀ ਹੈ ਉਹ ਖੁਦ ਕੀ ਹੋਏਗਾ ਆਕਸੀਡਾਈਜ਼ਿੰਗ ਏਜੰਟ ਹੋਏਗਾ, ਦਾ ਕੰਮ ਕਰੇਗਾ। ਤਾਂ ਇਹਦਾ ਮਤਲਬ ਕਾਪਰ
ਕੀ ਹੋ ਰਿਹਾ, ਰਿਡਿਊਸਡ ਹੋ ਰਿਹਾ, ਰਿਡਕਸ਼ਨ ਹੋ ਰਹੀ ਹੈ। ਅਤੇ ਏਜੰਟ ਕਿਹੜਾ ਹੋਏਗਾ, ਇਹ ਆਕਸੀਡਾਈਜ਼ਿੰਗ ਏਜੰਟ ਹੋਏਗਾ। ਠੀਕ ਹੈ, ਹਾਈਡਰੋਜਨ ਦੀ ਕੀ ਹੋ ਰਹੀ ਆ, ਆਕਸੀਡੇਸ਼ਨ। ਅਤੇ ਹਾਈਡਰੋਜਨ ਦੀ ਕੀ ਹੋ ਰਹੀ ਹੈ, ਆਕਸੀਡੇਸ਼ਨ। ਅਤੇ ਏਜੰਟ ਕਿਹੜਾ ਹੋਏਗਾ, ਇਹ ਰਿਡਿਊਸਿੰਗ ਏਜੰਟ। ਕਿਉਂਕਿ ਦੋਨੋਂ ਇੱਕੋ ਹੀ ਸਟੈਪ 'ਚ ਹੋ ਰਹੀ ਹੈ, ਸਾਈਮਲਟੇਨੀਅਸਲੀ ਹੈ, ਤਾਂ ਇਹਨੂੰ ਅਸੀਂ ਕੀ ਕਹਿੰਦੇ ਹਾਂ, ਰਿਡੌਕਸ ਰਿਐਕਸ਼ਨ। ਅਨਦਰ ਐਗਜ਼ਾਮਪਲ ਯੂ ਕੈਨ ਸੀ ਆਇਰਨ ਆਕਸਾਈਡ ਇਸ ਦੀ ਰਿਡਕਸ਼ਨ ਹੋ ਰਹੀ ਹੈ, ਤਾਂ ਆਕਸੀਡਾਈਜ਼ਿੰਗ ਜਿਹੜਾ ਆਕਸੀਜਨ ਪ੍ਰੋਵਾਈਡ ਕਰੇ। ਠੀਕ ਹੈ, ਆਕਸੀਜਨ ਡੋਨੇਟ ਕਰੇ, ਅਤੇ ਜਿਹੜਾ ਆਕਸੀਜਨ ਲਵੇ ਉਹਦੀ ਕੀ ਹੁੰਦੀ ਹੈ, ਆਕਸੀਡੇਸ਼ਨ। ਠੀਕ ਹੈ, ਸਮਝ ਆ ਗਈ ਹੈ। ਦੈਨ ਫੋਟੋਕੈਮੀਕਲ ਰਿਐਕਸ਼ਨ, ਹੇਅਰ ਵੀ ਹੈਵ ਸ਼ੋਨ ਕਿ ਆਹ ਇੱਕ ਵਿੰਡੋ ਦੇ ਵਿੱਚ ਅਸੀਂ ਚਾਈਨਾ ਡਿਸ਼ ਦੇ ਵਿੱਚ ਸਿਲਵਰ ਕਲੋਰਾਈਡ ਰੱਖਿਆ ਡਿਊ ਟੂ ਸਨਲਾਈਟ, ਡਿਊ ਟੂ ਫੋਟੋਕੈਮੀਕਲ ਰਿਐਕਸ਼ਨਸ ਕਹਿ ਸਕਦੇ ਹਾਂ। ਤਾਂ ਕਲੋਰੀਨ ਗੈਸ ਵਿਲ ਅਵੈਪੋਰੇਟ। ਇੱਥੇ ਆ ਕਲਰ ਵੀ ਯਾਦ ਕਰਨਾ, ਵਾਈਟ ਕਲਰ ਦਾ ਹੋਏਗਾ ਅਤੇ ਗ੍ਰੇ ਕਲਰ ਦਾ ਪਿੱਛੇ ਸਿਲਵਰ ਰਹਿ ਜਾਏਗਾ। ਰਿਐਕਸ਼ਨ ਡਿਊ ਟੂ ਹੀਟ, ਕਾਪਰ ਕਾਰਬੋਨੇਟ ਨੂੰ ਥਰਮਲ ਡੀਕੰਪੋਜੀਸ਼ਨ। ਠੀਕ ਹੈ, ਤਾਂ ਕਾਪਰ ਕਾਰਬੋਨੇਟ ਕਿਸ 'ਚ ਬ੍ਰੇਕ ਹੋ ਰਿਹਾ, ਕਾਪਰ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ 'ਚ। ਕੰਬੀਨੇਸ਼ਨ ਰਿਐਕਸ਼ਨ, ਮੈਗਨੀਸ਼ੀਅਮ ਅਤੇ ਆਕਸੀਜਨ ਕੰਬਾਈਨ ਕਰਕੇ ਕਿਆ ਬਣਾ ਰਹੇ ਆ, ਐਲੀਮੈਂਟਸ ਕੰਬਾਈਨ ਕਰਕੇ ਕਿਆ ਬਣਾ ਰਹੇ ਆ, ਮੋਲੀਕਿਊਲਸ। ਦੈਨ ਇਹ ਵੀ ਥਰਮਲ ਡੀਕੰਪੋਜੀਸ਼ਨ ਦੀ ਐਗਜ਼ਾਮਪਲ ਹੈ, ਯੂ ਕੈਨ ਸੇ ਐਂਡੋਥਰਮਿਕ ਰਿਐਕਸ਼ਨ 'ਚ ਵੀ ਆ ਜਾਏਗੀ। ਆਇਰਨ ਸਲਫੇਟ ਕਿਸ 'ਚ ਟੁੱਟ ਰਿਹਾ ਹੈਗਾ, ਤਾਂ ਰਿਐਕਸ਼ਨਸ, ਇਹਦੀ ਤੁਸੀਂ ਰਿਐਕਸ਼ਨ ਲਿਖਿਓ। ਠੀਕ ਹੈ, ਆਇਰਨ ਸਲਫੇਟ ਨੂੰ ਅਸੀਂ ਟੈਸਟ ਟਿਊਬ 'ਚ ਲਿਆ, ਤਾਂ ਉਹਨੂੰ ਗਰਮ ਕੀਤਾ, ਇਹ ਆਇਰਨ ਆਕਸਾਈਡ ਅਤੇ ਸਲਫਰ ਡਾਈਆਕਸਾਈਡ ਐਂਡ ਟਰਾਈ ਆਕਸਾਈਡ ਇਹਦੇ ਵਿੱਚ ਗੈਸਾਂ ਨਿਕਲਣਗੀਆਂ। ਗ੍ਰੀਨ ਕਲਰ ਆਇਰਨ ਸਲਫੇਟ ਦਾ, ਜਾਂ ਇਹ ਵਾਲਾ ਐਕਸਪੈਰੀਮੈਂਟ ਤੁਸੀਂ ਲੈਬ 'ਚ ਕਰਕੇ ਦੇਖ ਸਕਦੇ ਹੋ। ਡਰਾਈ ਟੈਸਟ ਟਿਊਬ ਲੈਣੀ ਹੈ, ਉਹਦੇ ਵਿੱਚ ਆਇਰਨ ਸਲਫੇਟ ਪਾਓ ਐਂਡ ਹੀਟ ਇਟ। ਠੀਕ ਹੈ, ਕਲਰ ਚੇਂਜ ਯੂ ਕੈਨ ਸੀ। ਫਿਰ ਵਾਟਰ ਦੀ ਇਲੈਕਟ੍ਰੋਲਿਸਿਸ ਲਈ ਰਿਐਕਸ਼ਨ ਲਿਖੀ ਹੈ, ਕਿਹੜੀ ਗੈਸ ਡਬਲ ਅਮਾਊਂਟ 'ਚ ਨਿਕਲੇਗੀ, ਕਿਹੜੀ ਨਿਕਲੇਗੀ, ਹਾਈਡਰੋਜਨ। ਨੋਟ ਵਨ ਥਿੰਗ, ਇੱਥੇ ਜੋ ਜਿੱਥੋਂ ਵੀ ਡਾਇਗਰਾਮ ਲਿੱਤੀ ਇਹਨਾਂ ਨੇ ਪਲੱਸ ਨੂੰ ਪਲੱਸ ਨਾਲ ਜੋੜ ਰੱਖਿਆ ਹੈਗਾ, ਤਾਂ ਦਿਸ ਇਜ਼ ਦੀ ਰੋਂਗ ਅਬਾਊਟ ਦੀ ਡਾਇਗਰਾਮ। ਚਲੋ ਰਿਐਕਸ਼ਨ ਠੀਕ ਹੈਗੀ ਹੈ ਜਿੱਥੋਂ ਵੀ ਮੈਂ ਪਿਕ ਕੀਤਾ। ਦੈਨ ਆਕਸੀਡੇਸ਼ਨ ਅਤੇ ਰਿਡਕਸ਼ਨ ਨੂੰ ਤੁਸੀਂ ਇੱਦਾਂ ਵੀ ਯਾਦ ਕਰ ਸਕਦੇ ਹੋ, ਆਕਸੀਡੇਸ਼ਨ ਗੇਨ ਆਫ ਇਲੈਕਟ੍ਰੋਨ ਔਰ ਲੋਸ ਆਫ ਇਲੈਕਟ੍ਰੋਨ। ਠੀਕ ਹੈ, ਗੇਨ ਆਫ ਆਕਸੀਜਨ ਐਡ ਹੋਏਗੀ, ਇਲੈਕਟ੍ਰੋਨ ਕੀ ਹੈ, ਲੋਸ ਹੋਣਗੇ। ਇਹਦੇ ਵਿੱਚ ਆਕਸੀਜਨ ਲੋਸ ਹੋਏਗੀ, ਇਲੈਕਟ੍ਰੋਨ ਕੀ ਹੈ, ਗੇਨ ਹੋਏਗੀ। ਇੱਥੇ ਹਾਈਡਰੋਜਨ ਲੋਸ ਹੋਏਗੀ, ਇੱਥੇ ਕੀ ਹੈ, ਆਕਸੀਜਨ ਦਾ ਇੱਥੇ ਗੇਨ ਆਫ ਹਾਈਡਰੋਜਨ ਐਡ ਹੋਏਗੀ। ਠੀਕ ਹੈ, ਹਾਈਡਰੋਜਨ ਐਡ ਹੋਏਗੀ, ਇੱਦਾਂ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ। ਠੀਕ, ਆਕਸੀਡੇਸ਼ਨ ਰਿਡਕਸ਼ਨ, ਇਨਕਰੀਜ਼ ਇਨ ਆਕਸੀਡੇਸ਼ਨ ਨੰਬਰ, ਜਿਵੇਂ ਇੱਥੇ ਆਇਰਨ ਹੈ 2 ਪੋਜ਼ੀਟਿਵ, 1 ਇਲੈਕਟ੍ਰੋਨ ਲੋਸ ਕੀਤਾ, ਆਇਰਨ 3 ਪੋਜ਼ੀਟਿਵ ਬਣ ਜਾਏਗਾ, ਤਾਂ ਲੋਸ ਆਫ ਇਲੈਕਟ੍ਰੋਨਸ ਹੋ ਰਿਹਾ, ਇਹਨੂੰ ਵੀ ਕੀ ਕਹਿੰਦੇ ਹਾਂ ਅਸੀਂ, ਆਕਸੀਡੇਸ਼ਨ ਬੋਲਦੇ ਹਾਂ, ਰਿਡਕਸ ਰਿਐਕਸ਼ਨ। ਠੀਕ, ਆ ਹੀਟਿੰਗ ਆਫ ਤੁਹਾਡਾ ਉਹ ਆਇਰਨ ਸਲਫੇਟ ਦਿਖਾਇਆ, ਆਇਰਨ ਸਲਫੇਟ ਕਿਸ 'ਚ ਕਨਵਰਟ ਹੋ ਜਾਏਗਾ, ਬਰਾਊਨ ਕਲਰ ਦਾ ਰਸਟ। ਠੀਕ ਹੈ, ਇਹ ਕਿਹੜੀ ਰਿਐਕਸ਼ਨ ਹੈਗੀ ਆ, ਆਇਰਨ ਸਲਫੇਟ ਨੂੰ ਹੀਟ ਕਰਦੇ ਹਾਂ ਅਸੀਂ, ਤਾਂ ਆਇਰਨ ਦਾ ਆਕਸਾਈਡ ਬਚੇਗਾ, ਸਲਫਰ ਡਾਈਆਕਸਾਈਡ ਐਂਡ ਵਾਟਰ ਵਿਲ ਟਰਾਈਆਕਸਾਈਡ ਗੈਸਿਸ ਵਿਲ ਬੀ ਲਿਬਰੇਟਡ ਇਨ ਦੀ ਏਅਰ। ਠੀਕ ਹੈ, ਯੂ ਕੈਨ ਸੀ ਇਹਨਾਂ ਨੇ ਟੈਸਟ ਟਿਊਬ ਦੇ ਵਿੱਚ ਕੀ ਲਿਆ, ਆਇਰਨ ਨੀਚੋਂ ਹੀਟ ਕਰ ਰਹੇ ਆ, ਗ੍ਰੀਨ ਕਲਰ ਦਾ ਹੈ, ਤਾਂ ਇਹ ਕੀ ਹੋ ਜਾਏਗਾ, ਆਇਰਨ ਆਕਸਾਈਡ ਬਣ ਜਾਏਗਾ ਬਰਾਊਨ ਕਲਰ ਦਾ। ਦਿਸ ਵਾਜ਼ ਦੀ ਹੋਲ ਰੀਕੈਪਚੁਲੇਸ਼ਨਸ। ਠੀਕ ਹੈ, ਐਟ ਅ ਟਾਈਮ ਤੁਸੀਂ ਵਿਦ ਵਨ ਡਾਇਗਰਾਮ, ਮਤਲਬ ਇੱਕੋ ਹੀ ਫਲੈਸ਼ ਕਾਰਡ ਮੈਂ ਖੁਦ ਬਣਾਏ ਹੈਗੇ ਆ ਇਹ, ਤਾਂ ਡਿਸਪਲੇਸਮੈਂਟ ਰਿਐਕਸ਼ਨ ਦੇਖ ਸਕਦੇ ਹੋ। ਠੀਕ ਹੈ, ਤਾਂ ਮਤਲਬ ਦੇਖ ਕੇ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਬਲੂ ਕਲਰ ਕਿਸ 'ਚ ਕਨਵਰਟ ਹੋ ਗਿਆ, ਗ੍ਰੀਨ 'ਚ ਆ ਵੀ ਡਿਸਪਲੇਸਮੈਂਟ ਰਿਐਕਸ਼ਨ ਹੈ। ਦੈਨ ਡਬਲ ਡਿਸਪਲੇਸਮੈਂਟ ਰਿਐਕਸ਼ਨ, ਅਤੇ ਇਹ ਪੇਜ 'ਤੇ ਤੁਹਾਡਾ ਸਾਰੀਆਂ ਰਿਐਕਸ਼ਨਸ, ਇੱਥੇ ਇੱਕ ਐਗਜ਼ਾਮਪਲਸ ਲਿਖੀ ਹੋਈ ਆ, ਤੁਸੀਂ ਜ਼ਿਆਦਾ ਲਿਖ ਕੇ ਆਪਣੇ ਨੋਟਸ ਪ੍ਰਿਪੇਅਰ ਕਰ ਸਕਦੇ ਹੋ। ਕੰਪਲੀਟ ਰਿਐਕਸ਼ਨਸ ਕਰੋ, ਕਿਹੜੀ ਹੋਏਗੀ ਕਿ ਨਹੀਂ ਹੋਏਗੀ, ਦਿਸ ਵੇ। ਦੇਖੋ ਇਹ ਵਾਲਾ
ਐਕਸਪੈਰੀਮੈਂਟ ਕਿੰਨੀ ਅੱਛੀ ਤਰ੍ਹਾਂ, ਔਰ ਮੈਂ ਚਾਹ ਰਹੀ ਸੀ ਕਿ ਮੈਂ ਲੈਬ 'ਚ ਕਰਕੇ ਵੀ ਦਿਖਾਵਾਂ। ਤਾਂ ਤੁਸੀਂ ਇੱਦਾਂ ਆਪਰੇਟਸ ਸੈਟਅਪ ਕਰਕੇ, ਠੀਕ ਹੈ, ਇਹ ਪ੍ਰੈਕਟੀਕਲ ਕਰ ਸਕਦੇ ਹੋ। ਠੀਕ, ਓਕੇ, ਥੈਂਕ ਯੂ ਫॉर ਵਾचिंग ਦੀ ਵੀਡੀਓ। ਠੀਕ ਹੈ।